ਸਤਿ ਸਾਹਿਬ ਸਟੂਡੈਂਟ ਅੱਜ ਆਪਾਂ ਨਾ ਡਾਇਰੈਕਟਿੰਗ ਦੇ ਵਿੱਚ ਨਵਾਂ ਜਿਹੜਾ ਐਲੀਮੈਂਟ ਹੈ ਇਹਦਾ ਠੀਕ ਨਾ ਉਹ ਕਰਨਾ ਹੈਗਾ ਮੋਟੀਵੇਸ਼ਨ। ਠੀਕ ਨਾ ਕਿਆ ਜੀ ਮੋਟੀਵੇਸ਼ਨ ਜਾਣੀ ਕਿ ਪ੍ਰੋਤਸਾਹਨ ਦੇਣਾ, ਇੱਕ ਜਣੇ ਕੰਮ ਕਰਨੇ ਨੂੰ ਉਹਨੂੰ ਕੀ ਕਰਨਾ ਜੀ, ਉਤਸ਼ਾਹਿਤ ਕਰਨਾ। ਠੀਕ ਨਾ ਜਿਹੜਾ ਬੇਟਾ ਮੋਟੀਵੇਸ਼ਨ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਸੈਸ ਆਫ ਕਿਆ ਜੀ ਇੰਟਰੋਡਿਊਸਿੰਗ ਇੰਸਪਾਇਰਿੰਗ, ਠੀਕ ਹੈ, ਇੰਪਲਾਈ ਟੂ ਪਰਫੋਰਮ ਔਰ ਬੈਸਟ। ਠੀਕ ਨਾ ਪਲੱਸ ਕਿਆ ਜੀ ਕਿ ਜਿਹੜਾ ਮੋਟੀਵੇਸ਼ਨ ਆ ਉਹ ਕਿਆ ਜੀ ਕਿ ਜਿਹੜੇ ਸਾਡੇ ਕੋਲ ਵਰਕਰ ਵਾ, ਸਾਡੇ ਇੰਪਲਾਈ ਆ, ਉਹਨਾਂ ਨੂੰ ਕੀ ਕਰਨਾ ਜੀ, ਆਪਾਂ ਇੰਸਪਾਇਰ ਕਰਨਾ ਕਿ ਤੁਸੀਂ ਆਪਣੀ ਬੈਸਟ ਤੋਂ ਬੈਸਟ ਪਰਫੋਰਮੈਂਸ ਦਿਓ। ਯਾਨੀ ਕਿ ਜਿਹੜੇ ਕੰਮ ਨੂੰ ਤੁਸੀਂ ਆਪਣੇ ਵਧੀਆ ਤੋਂ ਵਧੀਆ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਠੀਕ ਨਾ ਕਰ ਸਕਦੇ ਹੋ ਉਨਾ ਤੁਸੀਂ ਕਰਨਾ ਹੈਗਾ। ਠੀਕ ਨਾ ਕਿ ਮਤਲਬ ਕਹਿ ਰਹੀ ਜਿਹੜੀ ਉਹਨਾਂ ਦੀ ਬੈਸਟ ਪਰਫੋਰਮੈਂਸ ਆ, ਜਿੰਨਾ ਵਧੀਆ ਤੋਂ ਵਧੀਆ ਤਰੀਕੇ ਨਾਲ ਉਹ ਕੰਮ ਕਰ ਸਕਦੇ ਆ, ਠੀਕ ਨਾ, ਉਨੀ ਲਗਨ ਦੇ ਨਾਲ ਉਹ ਕੀ ਕਰਨ ਜੀ, ਕੰਮ ਕਰਨ। ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਮੋਟੀਵੇਸ਼ਨ। ਠੀਕ ਨਾ ਕਿ ਮਤਲਬ ਮੋਟੀਵੇਸ਼ਨ ਕਿਹਾ ਜੀ ਪ੍ਰੋਸੈਸ ਆ ਜਿਹਦੇ ਵਿੱਚ ਅਸੀਂ ਆਪਣੇ ਇੰਪਲਾਈ ਨੂੰ ਕੀ ਕਰਦੇ ਹੈਗੇ ਆ ਜੀ, ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਆਪਣੀ ਬੈਸਟ ਤੋਂ ਬੈਸਟ ਪਰਫੋਰਮੈਂਸ ਦੇ ਕੇ ਉਸ ਕੰਮ ਨੂੰ ਪੂਰਾ ਕਰ। ਠੀਕ ਨਾ ਉਹ ਤੋਂ ਬੇਟਾ ਇਹਦੇ ਵਿੱਚ ਕੁਛ ਟਰਮੋਲੋਜੀ ਹੈ, ਜਿੱਦਾਂ ਪਹਿਲੇ ਨੰਬਰ 'ਤੇ ਹੈਗਾ ਮੋਟਿਵ ਕੀ ਹੁੰਦਾ। ਠੀਕ ਨਾ ਕਿਆ ਜੀ ਮੋਟਿਵ, ਬੇਟਾ ਮੋਟਿਵ ਕਹਿ ਸਕਦੇ ਹਾਂ ਕਿ ਅਸੀਂ ਕੀ ਕਰਦੇ ਹਾਂ, ਇੱਕ ਤਰ੍ਹਾਂ ਡਿਜ਼ਾਇਰ ਕਹਿ ਸਕਦੇ ਹਾਂ। ਠੀਕ ਨਾ ਜਿਹੜੀ ਕਹਿ ਜੀ ਇੱਕ ਤਰ੍ਹਾਂ ਸਾਨੂੰ ਕਹਿ ਜੀ ਐਨਰਜੀ ਦਿੰਦੀ ਆ ਇੰਡੀਵਿਜੂਅਲ ਨੂੰ ਕਿ ਉਹ ਕੀ ਕਰੇਗੇ ਜੀ ਆਪਣੇ ਬਿਹੇਵੀਅਰ ਦੇ ਵਿੱਚ। ਠੀਕ ਨਾ ਆਪਣੇ ਬਿਹੇਵੀਅਰ ਦੇ ਵਿੱਚ ਇਸ ਤਰ੍ਹਾਂ ਚੇਂਜ ਆਉਂਦਾ ਆ ਕਿ ਜਿਹਦੇ ਨਾਲ ਕਿਹਾ ਜੀ ਕਿ ਜਿਹੜੇ ਉਹਦੇ ਮਤਲਬ ਗੋਲਸ ਨੂੰ ਅਚੀਵਮੈਂਟ ਕਰਨ ਦੇ ਲਈ, ਕਿਹਾ ਜੀ ਗੋਲਸ ਨੂੰ ਅਚੀਵ ਕਰਨ ਦੇ ਲਈ ਉਹ ਬੈਸਟ ਤੋਂ ਵਧੀਆ ਤਰੀਕੇ ਤੋਂ ਜ਼ਿਆਦਾ ਮਿਹਨਤ ਕਰਦਾ। ਠੀਕ ਨਾ ਕਿ ਮਤਲਬ ਕਹਿ ਜੀ ਮੋਟਿਵ ਕਹਿ ਜੀ ਇੱਕ ਤਰ੍ਹਾਂ ਦੀ ਐਨਰਜੀ ਆ ਜਿਹੜੀ ਇਹਨੂੰ ਕੀ ਕਰਦੀ ਹੈਗੀ ਹੈ ਜੀ, ਜਿਹੜੀ ਉਹਨੂੰ ਮਤਲਬ ਬਿਨਾਂ ਰੈਸਟ ਕੀਤੇ ਤੋਂ, ਠੀਕ ਨਾ ਕਿ ਮਤਲਬ ਬਿਨਾਂ ਰੈਸਟ ਕੀਤੇ ਤੋਂ ਸਿਰਫ ਉਹਦਾ ਮੇਨ ਕੀ ਹੁੰਦਾ ਜੀ ਕਿ ਉਹ ਜਸਟ ਜਿਹੜੀ ਉਹਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਫੁੱਲਫਿਲ ਕਰਨ ਲਈ ਉਹ ਕੀ ਹੁੰਦਾ ਜੀ, ਮੋਟਿਵ ਹੁੰਦਾ ਕਿ ਜਿਹੜਾ ਉਹਦਾ ਮਤਲਬ ਕੰਮ ਦਿੱਤਾ ਗਿਆ ਆ ਉਹਨੂੰ ਕਹਿ ਜੀ ਉਹ ਪੂਰਾ ਕਰ ਲਵੇ। ਜਿੱਦਾਂ ਬੇਟਾ ਮੰਨ ਲਓ ਫੋਰ ਐਗਜ਼ਾਮਪਲ ਆ ਕੋਈ ਮੰਨ ਲਓ ਵਿਅਕਤੀ ਭੁੱਖਾ ਆ, ਠੀਕ ਹੈ ਨਾ, ਕਹਿ ਜੀ ਭੁੱਖਾ ਆ, ਜੇ ਮਤਲਬ ਕਹਿ ਜੀ ਹੁਣ ਭੁੱਖਾ ਹੈ ਤਾਂ ਮਤਲਬ ਕਹਿ ਜੀ ਉਹਨੂੰ ਕੀ ਉਹਦਾ ਮੋਟਿਵ ਕੀ ਹੋ ਗਿਆ ਜੀ ਕਿ ਜਿਹੜੀ ਉਹਦੀ ਭੁੱਖ ਵਾ ਉਹਨੂੰ ਅਸੀਂ ਉਹਨੂੰ ਕੀ ਕਰਨਾ ਜੀ, ਦੂਰ ਕਰਨਾ। ਉਹ ਕਿਸ ਤਰ੍ਹਾਂ ਹੋਊਗਾ, ਉਹ ਜੇ ਭੁੱਖ ਦਾ ਤਾਂ ਮੋਟਿਵ ਹੋ ਗਿਆ ਤਾਂ ਉਹਨੂੰ ਕੀ ਕਰੂੰਗਾ ਜੀ, ਉਹ ਫੂਡ ਨੂੰ ਸਰਚ ਕਰੂੰਗਾ। ਫੂਡ ਨੂੰ ਕੀ ਕਰੂੰਗਾ ਜੀ, ਸਰਚ ਕਰੂੰਗਾ। ਜਦੋਂ ਤੱਕ ਉਹਨੂੰ ਫੂਡ ਮਿਲ ਨਹੀਂ ਜਾਂਦਾ, ਠੀਕ ਨਾ, ਜਦ ਤੱਕ ਹੈ ਜੀ ਆਪਣੀ ਭੁੱਖ ਮਿਟਾ ਨਹੀਂ ਲੈਂਦਾ ਉਹ ਉਦੋਂ ਤੱਕ ਕੀ ਹੁੰਦਾ ਜੀ, ਸ਼ਾਂਤ ਨਹੀਂ ਹੁੰਦਾ। ਪਲੱਸ ਕਹਿ ਜੀ ਇੱਕ ਤਰ੍ਹਾਂ ਹੀ ਕੰਮ ਕਰਨਾ ਆਪਣਾ ਨਹੀਂ ਛੱਡਦਾ। ਠੀਕ ਨਾ ਯਾਨੀ ਕਿ ਬਿਨਾਂ ਆਪਣੀ ਥਕਾਵਟ ਦੀ ਪਰਵਾਹ ਕੀਤੇ ਜਿਹੜੀ ਉਹਦੀ ਜ਼ਰੂਰਤ ਵਾ ਉਹਨੂੰ ਪੂਰਾ ਕਰਨ ਦੇ ਲਈ ਉਹ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਠੀਕ ਨਾ ਕਿ ਮਤਲਬ ਕਿਆ ਜੀ ਜਿਹੜਾ ਮੇਨ ਮੋਟਿਵ ਹੁੰਦਾ ਇੱਕ ਬੰਦੇ ਨੂੰ ਐਨਰਜੀ ਦਿੰਦਾ ਆ ਕਿ ਉਹ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਕੀ ਕਰਦਾ ਜੀ, ਬਿਨਾਂ ਕਿਸੇ ਪ੍ਰਵਾਹ ਕੀਤੇ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਦੇ ਨਾਲ, ਜ਼ਿਆਦਾ ਤੋਂ ਜ਼ਿਆਦਾ ਲਗਨ ਦੇ ਨਾਲ ਕੀ ਕਰਦਾ ਹੈਗਾ ਜੀ, ਕੰਮ ਕਰਦਾ ਹੈ। ਠੀਕ ਨਾ ਕਿ ਮਤਲਬ ਕਿਆ ਜੀ ਉਹ ਇਹ ਨਹੀਂ ਦੇਖਦਾ ਕਿ ਮੈਨੂੰ ਇਸ ਚੀਜ਼ ਦਾ ਮਤਲਬ ਕਿਆ ਜੀ ਮੈਂ ਜ਼ਿਆਦਾ ਕੰਮ ਕੀਤਾ ਆ ਜਾਂ ਫਿਰ ਕਿਆ ਜੀ ਮੈਨੂੰ ਤਾਂ ਰੈਸਟ ਨਹੀਂ ਕੀਤੀ ਹੈਗੀ। ਉਹਦਾ ਮੇਨ ਮੋਟਿਵ ਕੀ ਹੁੰਦਾ ਆ ਕਿ ਜਿਹੜੀ ਉਹਦੀ ਜ਼ਰੂਰਤ ਹੈਗੀ ਆ, ਠੀਕ ਨਾ, ਉਹਨੂੰ ਕੀ ਹੈ ਜੀ ਉਹਨੇ ਪੂਰਾ ਕਰਨਾ ਹੈ। ਠੀਕ ਨਾ ਅਤੇ ਬੇਟਾ ਉਹ ਤੋਂ ਅੱਗੇ ਹੈਗਾ ਸਾਡੇ ਕੋਲ ਕਿਆ ਜੀ ਮੋਟੀਵੇਟਰਸ, ਕਿਆ ਜੀ ਮੋਟੀਵੇਟਰਸ। ਠੀਕ ਆ ਮੋਟੀਵੇਟਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਬੇਟਾ ਕੁਛ ਉਹ ਵਾਲੀਆਂ ਟੈਕਨੀਕਸ, ਠੀਕ ਨਾ, ਜਾਂ ਫਿਰ ਕਹਿ ਜੀ ਉਹ ਇਨਸੈਂਟਿਵਸ ਜਿਹੜੇ ਆਪਾਂ ਯੂਜ਼ ਕਿਹਨੂੰ ਕਰਦੇ ਹਾਂ, ਪੀਪਲ ਨੂੰ ਮੋਟੀਵੇਟ ਕਰਨ ਦੇ ਲਈ। ਫੋਰ ਐਗਜ਼ਾਮਪਲ ਉਹਨਾਂ ਨੂੰ ਪ੍ਰਮੋਸ਼ਨ ਦੇ ਕੇ, ਉਹਨਾਂ ਨੂੰ ਇੰਕਰੀਮੈਂਟ ਦੇ ਕੇ, ਉਹਨਾਂ ਦੀ ਤਨਖਾਹ ਕਹਿ ਜੀ ਥੋੜ੍ਹੀ ਬਹੁਤੀ ਵਧਾ ਕੇ ਹਰ ਸਾਲ। ਠੀਕ ਨਾ ਇਹ ਵਾਲੇ ਸਾਰੇ ਕੀ ਆ ਜਾਂਦੇ, ਮੋਟੀਵੇਟਰਸ ਆ ਜਾਂਦੇ ਆ। ਠੀਕ ਨਾ ਮੋਟੀਵੇਟਰਸ ਕੀ ਹੈ ਜੀ, ਮਤਲਬ ਕਹਿ ਜੀ ਉਹ ਆਪਾਂ ਕਹਿ ਸਕਦੇ ਹਾਂ ਉਹ ਇਨਸੈਂਟਿਵਸ ਕਹਿ ਸਕਦੇ ਹਾਂ ਜਾਂ ਫਿਰ ਉਹ ਟੈਕਨੀਕਸ ਕਹਿ ਸਕਦੇ ਹਾਂ ਜਿਹੜੀਆਂ ਆਪਾਂ ਕੀ ਕਰਦੇ ਹਾਂ ਜੀ, ਇੰਪਲਾਈ ਨੂੰ, ਪੀਪਲ ਨੂੰ ਮੋਟੀਵੇਟ ਕਰਨ ਦੇ ਲਈ ਵਰਤਦੇ ਹਾਂ। ਫੋਰ ਐਗਜ਼ਾਮਪਲ ਪ੍ਰਮੋਸ਼ਨ ਦੇ ਕੇ ਉਹਨਾਂ ਨੂੰ, ਜਾਂ ਫਿਰ ਕਿ ਉਹਨਾਂ ਦੀ ਸੈਲਰੀ ਕੁਛ ਵਧਾ ਕੇ, ਠੀਕ ਨਾ, ਜਾਂ ਫਿਰ ਕਿ ਉਹਨਾਂ ਦਾ ਰਿਵਾਰਡ ਵਧਾ ਕੇ ਉਹਨਾਂ ਨੂੰ ਮਤਲਬ ਕਹਿ ਜੀ ਪੋਜੀਸ਼ਨ ਆਪਾਂ ਵਧਾ ਦੇਣੀ ਆ। ਠੀਕ ਨਾ ਇਹ ਵਾਲੇ ਸਾਰੇ ਕਹਿ ਜੀ ਮੋਟੀਵੇਟਰਸ ਆ। ਠੀਕ ਨਾ ਕਿ ਮਤਲਬ ਕਹਿ ਜਿਹੜੀਆਂ ਟੈਕਨੀਕਸ ਆ ਜਿਹੜੀਆਂ ਕਿਆ ਕਰਦੀਆਂ ਜੀ, ਇੰਪਲਾਈ ਨੂੰ ਮੋਟੀਵੇਟ ਕਰਦੀਆਂ ਆ। ਠੀਕ ਨਾ ਅਤੇ ਬੇਟਾ ਉਹ ਤੋਂ ਅੱਗੇ ਸਾਡੇ ਕੋਲ ਹੈਗਾ ਜੀ ਫੀਚਰ ਆਫ ਮੋਟੀਵੇਸ਼ਨ। ਠੀਕ ਨਾ ਕਿ ਜਿਹੜਾ ਮੋਟੀਵੇਸ਼ਨ ਹੁੰਦਾ ਆ ਉਹਦੀਆਂ ਕੁਛ ਵਿਸ਼ੇਸ਼ਤਾਵਾਂ। ਠੀਕ ਨਾ ਕਿ ਮਤਲਬ ਆਪਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਮੋਟੀਵੇਸ਼ਨ ਹੈਗਾ ਆ ਉਹਦੇ ਵਿੱਚ ਕਿਹੜੀਆਂ ਉਹਦੀਆਂ ਵਿਸ਼ੇਸ਼ਤਾਵਾਂ ਹੈ। ਠੀਕ ਨਾ ਜਿਹਦਾ ਬੇਟਾ ਪਹਿਲੇ ਨੰਬਰ 'ਤੇ ਹੈਗਾ ਜੀ ਸਾਡਾ ਸਾਈਕੋਲੋਜੀਕਲ ਫੈਨੋਮੀਨਸ। ਠੀਕ ਹੈ ਨਾ ਜਾਂ ਬੇਟਾ ਅਸੀਂ ਲਿਖ ਸਕਦੇ ਹਾਂ ਇੰਟਰਨਲ ਫੀਲਿੰਗ। ਠੀਕ ਨਾ ਕਿ ਜਿਹੜਾ ਮੋਟੀਵੇਸ਼ਨ ਆ ਉਹ ਹਰੇਕ ਇੰਪਲਾਈ ਦੀ ਇੱਕ ਤਰ੍ਹਾਂ ਦੀ ਕਹਿ ਜੀ ਇੰਟਰਨਲ ਫੀਲਿੰਗ ਹੁੰਦੀ ਆ। ਠੀਕ ਨਾ ਕਿ ਮਤਲਬ ਜਿਹੜੀ ਮੋਟੀਵੇਸ਼ਨ ਆ ਉਹ ਅਸੀਂ ਕਿਸੇ ਨੂੰ ਫੋਰਸਲੀ ਨਹੀਂ ਕਰ ਸਕਦੇ ਮੋਟੀਵੇਟ। ਠੀਕ ਨਾ ਉਹਦੇ ਇੰਟਰਨਲ ਫੀਲਿੰਗ ਹੋਣੀ ਚਾਹੀਦੀ ਆ ਕਿ ਭਾਈ ਮੈਂ ਇਹ ਕੰਮ
ਕਰਨਾ ਆ, ਠੀਕ ਨਾ। ਉਹ ਕਦੇ ਹੁੰਦਾ ਉਹਦੀ ਨੀਡਸ ਤੇ ਡਿਜ਼ਾਇਰ ਦੇ, ਠੀਕ ਨਾ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆ, ਕਿਸੇ ਬੰਦੇ ਕੋਲ ਮੰਨ ਲਓ 2 ਘਰ ਵਾ, ਠੀਕ ਨਾ, ਉਹਦੇ ਕੋਲ ਕਿਹਾ ਜੀ 2 ਘਰ ਵਾ, ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਭਾਈ ਤੂੰ 1 ਘਰ ਹੋਰ ਖਰੀਦ, ਉਹਨੂੰ ਫੋਰਸਲੀ ਕਹਿੰਦੇ ਆ, ਉਹਨੂੰ ਕਿਹਾ ਜੀ 1 ਘਰ ਹੋਰ ਖਰੀਦ। ਉਹ ਕਿਹਾ ਜੀ ਉਹਨੂੰ ਇੱਦਾਂ ਲੱਗੂਗਾ ਮੈਨੇ ਤਾਂ ਜ਼ਬਰਦਸਤੀ ਕਰਦੇ ਪਏ ਆ, ਉਹ ਕਹੂੰਗਾ ਮੈਂ ਨਹੀਂ ਖਰੀਦਣਾ ਘਰ ਬਈ। ਪਰ ਮੰਨ ਲਓ ਫੋਰ ਐਗਜ਼ਾਮਪਲ ਜੇ ਉਹਦੇ ਕੋਲ ਘਰ ਨਹੀਂ ਹੈਗਾ, ਉਹਦੇ ਕੋਲ ਘਰ ਨਹੀਂ ਹੈਗਾ, ਉਹ ਕਿਹਾ ਜੀ ਇੰਟਰਨਲ ਤੌਰ 'ਤੇ ਕਹੂੰਗਾ ਕਿ ਹਾਂ ਮੇਰੇ ਕੋਲ 1 ਘਰ ਹੋਣਾ ਚਾਹੀਦਾ ਆ, ਮੈਂ 1 ਨਵਾਂ ਘਰ ਖਰੀਦਣਾ ਆ, ਠੀਕ ਨਾ। ਕਿ ਮਤਲਬ ਕਿਹਾ ਜੀ ਸਾਈਕੋਲੋਜੀਕਲੀ ਜਿਹੜੀ ਮਤਲਬ ਕਿਹਾ ਜੀ ਸਾਡੇ ਕੋਲ ਮੋਟੀਵੇਸ਼ਨ ਆ, ਉਹ ਕਿਹਾ ਜੀ ਇੱਕ ਇੰਟਰਨਲ ਫੀਲਿੰਗ ਆ, ਠੀਕ ਨਾ। ਕਿ ਮਤਲਬ ਵਿਅਕਤੀ ਨੂੰ ਆਪਣੇ ਤੌਰ 'ਤੇ ਇੰਟਰਨਲੀ ਕੀ ਆਉਂਦੀ ਹੈਗੀ ਹੈ ਜੀ, ਅੰਦਰੋਂ ਫੀਲਿੰਗ ਆਉਂਦੀ ਆ ਕਿ ਮੈਂ ਇਹ ਕੰਮ ਕਰਨਾ ਆ। ਅਸੀਂ ਉਹਨੂੰ ਫੋਰਸਲੀ ਨਹੀਂ ਉਹ ਤੋਂ ਕਰਵਾਉਂਦੇ ਹੈਗੇ, ਜੇ ਉਹ ਨਹੀਂ ਕਰਨਾ ਚਾਹੁੰਦਾ ਉਹ ਨਾ ਕਰੇ, ਠੀਕ ਹੈ ਨਾ। ਕਿ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆ ਕਿ ਜਿੱਦਾਂ ਹੁਣ ਮੰਨ ਲਓ ਕਿਸੇ ਬੰਦੇ ਕੋਲ ਪਹਿਲਾਂ ਤੋਂ ਚੀਜ਼ ਹੈਗੀ ਆ, ਅਸੀਂ ਉਹਨੂੰ ਫੋਰਸਲੀ ਕਹੀਏ ਤੂੰ 1 ਚੀਜ਼ ਹੋਰ ਖਰੀਦੋ, ਨਹੀਂ ਖਰੀਦੂੰਗਾ। ਲੇਕਿਨ ਜਦੋਂ ਕੋਲ ਚੀਜ਼ ਨਹੀਂ ਹੋਣੀ ਉਦੋਂ ਇੰਟਰਨਲ ਫੀਲਿੰਗ ਆਊਗੀ ਹਾਂ ਕਿ ਬਾਕੀਆਂ ਕੋਲ ਚੀਜ਼ ਹੈਗੀ ਆ, ਮੇਰੇ ਕੋਲ ਨਹੀਂ ਹੈਗੀ, ਤਾਂ ਮੈਂ ਕੀ ਕਰਾਂ ਜੀ ਇਹ ਵਾਲੀ ਚੀਜ਼ ਖਰੀਦਾਂ। ਮਤਲਬ ਇੰਟਰਨਲ ਤੌਰ 'ਤੇ ਆਪਣੇ ਨੂੰ ਪਰਸਨਲੀ ਤੌਰ 'ਤੇ ਆਪਣੇ ਬਿਹੇਵੀਅਰ ਦੇ ਵਿੱਚ ਕਿਉਂ ਇੰਟਰਨਲ ਤੌਰ 'ਤੇ ਉਹਦੇ ਮਨ ਵਿੱਚ ਆਉਣਾ ਚਾਹੀਦਾ ਕਿ ਮੈਂ ਇਹ ਕੰਮ ਕਰਨਾ ਆ, ਠੀਕ ਹੈ ਨਾ। ਕਿ ਮਤਲਬ ਅਸੀਂ ਉਹਨੂੰ ਇਸ ਤਰ੍ਹਾਂ ਦਾ ਮਤਲਬ ਟੈਕਨੀਕ ਜਾਂ ਉਹਨੂੰ ਇੱਦਾਂ ਦੇ ਮਤਲਬ ਡਿਜ਼ਾਇਰ ਦੇਣੇ ਆ, ਫੋਰ ਐਗਜ਼ਾਮਪਲ ਉਹਨੂੰ ਕਹਿ ਜੀ ਆਪਸ਼ਨਾਂ ਦੇਣੀਆਂ ਜਿਹਦੇ ਨਾਲ ਕਹਿ ਜੀ ਆਟੋਮੈਟਿਕ ਕੀ ਕਰੇ ਜੀ ਉਸ ਕੰਮ ਨੂੰ ਕਰਨ ਲਈ ਇੰਟਰਨਲ ਤੌਰ 'ਤੇ ਆਪ ਉਹ ਤਿਆਰ ਹੋ, ਠੀਕ ਨਾ। ਅੱਗੇ ਬੇਟਾ ਹੈਗਾ ਜੀ ਪ੍ਰੋਡਿਊਸਿਸ ਕਹਿੰਦਾ ਗੋਲ ਡਾਇਰੈਕਟਡ ਬਿਹੇਵੀਅਰ, ਠੀਕ ਨਾ। ਤਾਂ ਬੇਟਾ ਮਤਲਬ ਮੋਟੀਵੇਸ਼ਨ ਦੇ ਵਿੱਚ ਕਿ ਜਿਹੜਾ ਹੈ ਨਾ ਸਾਡੇ ਕੋਲ ਕਿਹਾ ਜੀ ਪੀਪਲਸ ਹੁੰਦੇ, ਸਾਡੇ EMPLOYE ਹੁੰਦੀ ਆ, ਉਹਨਾਂ ਨੂੰ ਆਪਾਂ ਇਸ ਵੇ ਨਾਲ ਮੋਟੀਵੇਟ ਕਰਦੇ ਆ ਨਾ ਕਿ ਉਹ ਆਟੋਮੈਟਿਕਲੀ ਜਿਹੜੇ ਉਹਨਾਂ ਦੇ ਗੋਲਸ ਹੁੰਦੇ ਆ ਉਹਨਾਂ ਨੂੰ ਅਚੀਵ ਕਰਨ ਦੇ ਲਈ ਉਹ ਕੰਮ ਕਰਦੇ ਆ। ਮਤਲਬ ਆਪਣੇ ਬਿਹੇਵੀਅਰ ਨੂੰ ਆਟੋਮੈਟਿਕਲੀ ਉਹਦੇ ਕੀ ਕਰਦੇ ਆ ਜੀ ਚੇਂਜ ਕਰਦੀ ਆ। ਜਿੱਦਾਂ ਬੇਟਾ ਮੰਨ ਲਓ ਫੋਰ ਐਗਜ਼ਾਮਪਲ ਆ, ਅਸੀਂ ਕਿਹਾ ਜੀ ਉਹਨੂੰ ਮੋਟੀਵੇਟ ਕੀ ਕਰਨਾ ਜੀ, ਅਸੀਂ ਉਹਨੂੰ ਕਹਿਣਾ ਬਾਈ ਤੈਨੂੰ ਆਪਾਂ ਪ੍ਰਮੋਸ਼ਨ ਦੇਵਾਂਗੇ, ਠੀਕ ਨਾ। ਕਿ ਜੇ ਤੂੰ ਵਧੀਆ ਕੰਮ ਕਰੂੰਗਾ, ਇਹਦਾ ਮਤਲਬ ਜਦੋਂ ਉਹਨੂੰ ਪਤਾ ਹੈ ਕਿ ਜਦੋਂ ਮੈਂ ਵਧੀਆ ਕੰਮ ਕਰਨਾ ਆ, ਠੀਕ ਨਾ, ਤਾਂ ਮੈਨੂੰ ਪ੍ਰਮੋਸ਼ਨ ਮਿਲਣੀ ਆ, ਤਾਂ ਆਟੋਮੈਟਿਕਲੀ ਉਹਨੇ ਐਫੀਸ਼ੀਐਂਟਲੀ ਕਿਹਾ ਜੀ ਵਧੀਆ ਕੰਮ ਕਰੂੰਗਾ, ਆਪਣੇ ਬਿਹੇਵੀਅਰ ਨੂੰ ਉਹਦੇ ਮੁਤਾਬਕ ਚੇਂਜ ਕਰੂੰਗਾ, ਠੀਕ ਨਾ। ਕਿ ਜੇ ਉਹਨੂੰ ਲੱਗਦਾ ਹੈ ਕਿ ਮੰਨ ਲਓ ਪ੍ਰਮੋਸ਼ਨ ਤਾਂ ਮੈਨੂੰ ਮਿਲਣੀ ਆ ਕਿ ਜੇ ਮੰਨ ਲਓ ਦੂਜੇ EMPLOYE ਦੇ ਨਾਲ ਮਿਲ ਕੇ ਕੰਮ ਕਰਨਾ, ਠੀਕ ਨਾ, ਉਨਾ ਐਫੀਸ਼ੀਐਂਟਲੀ ਕੰਮ ਵਧੀਆ ਹੋਊਗਾ, ਤਾਂ ਉਹਨੇ ਆਪਣੇ ਬਿਹੇਵੀਅਰ ਨੂੰ ਆਟੋਮੈਟਿਕਲੀ ਉਹਦੇ ਮੁਤਾਬਕ ਕੀ ਕਰਨਾ ਜੀ ਚੇਂਜ ਕਰਨਾ ਆ, ਜਿਹਦੇ ਨਾਲ ਮਤਲਬ ਕਿ ਜੀ ਗੋਲਸ ਨੂੰ ਅਚੀਵ ਕੀਤਾ ਜਾ ਸਕੇ, ਠੀਕ ਹੈ ਨਾ। ਅੱਗੇ ਬੇਟਾ ਕੈਨ ਬੀ ਪੋਜ਼ੀਟਿਵ ਐਜ਼ ਵੈਲ ਐਜ਼ ਨੈਗੇਟਿਵ, ਯਾਨੀ ਕਿ ਜਿਹੜਾ ਸਾਡਾ ਕਿਆ ਹੁੰਦਾ ਜੀ ਮੋਟੀਵੇਸ਼ਨ ਹੁੰਦਾ ਬੇਟਾ ਪੋਜ਼ੀਟਿਵਲੀ ਹੋ ਸਕਦੀ ਆ, ਨੈਗੇਟਿਵਲੀ। ਪੋਜ਼ੀਟਿਵਲੀ ਦੇ ਵਿੱਚ ਹੁੰਦਾ ਕਿ ਅਸੀਂ ਕਿਹਾ ਜੀ ਜਿਹੜਾ ਬੰਦਾ ਵਧੀਆ ਮੋਟੀਵੇਟ ਕਰਨੇ ਉਹਨੂੰ ਆਪਾਂ ਕਿਹਾ ਜੀ ਰਿਵਾਰਡ ਦੇਣਾ, ਠੀਕ ਨਾ। ਫੋਰ ਐਗਜ਼ਾਮਪਲ ਉਹਨੂੰ ਪ੍ਰਮੋਸ਼ਨ ਦੇ ਦੇਣੀ, ਉਹਨੂੰ ਇੰਕਰੀਮੈਂਟ ਦੇ ਦੇਣਾ, ਬੋਨਸ ਦੇ ਦੇਣਾ, ਜਾਂ ਉਹਦੀ ਰਿਸਪੈਕਟ ਕਿਹਾ ਜੀ ਜ਼ਿਆਦਾ ਕਰਨੀ, ਠੀਕ ਨਾ। ਨੈਗੇਟਿਵਲੀ ਕੀ ਆ ਜੀ ਕਿ ਆਪਾਂ ਨੂੰ ਵਾਰਨਿੰਗ ਦੇਣੀ ਕਿ ਭਾਈ ਜੇ ਇਹਦਾ ਕੰਮ ਨਾ ਕੀਤਾ ਅਸੀਂ ਤੈਨੂੰ ਕੰਮ ਤੋਂ ਕੱਢ ਦੇਣਾ, ਜਾਂ ਉਹਦੀ ਡਿਮੋਸ਼ਨ ਦੇ ਦੇਣੀ, ਜਾਂ ਉਹਦੀ ਕੋਈ ਇੰਕਰੀਮੈਂਟ ਕੀ ਕਰ ਦੇਣੀ ਹੈ ਜੀ ਸਟੋਪ ਕਰ ਦੇਣਾ, ਠੀਕ ਨਾ। ਕਿ ਜਿਹੜੀ ਇੰਕਰੀਮੈਂਟ ਉਹਦੀ ਕਿਆ ਕਰ ਦੇਣੀ ਹੈ ਜੀ ਆਪਾਂ ਰੋਕ ਦੇਣੀ, ਠੀਕ ਨਾ। ਕਿ ਮਤਲਬ ਕਿਹਾ ਜੀ ਕਿ ਜਦੋਂ ਉਹਨੂੰ ਆਪਾਂ ਕੋਈ ਇਨਾਮ ਦਿੰਦੇ ਆ, ਠੀਕ ਨਾ, ਉਹ ਕੀ ਹੁੰਦਾ ਜੀ ਪੋਜ਼ੀਟਿਵ। ਜਦੋਂ ਉਹਨੂੰ ਕਿਹਾ ਜੀ ਆਪਾਂ ਉਹਦੀ ਕੋਈ ਇੰਕਰੀਮੈਂਟ ਘਟਾ ਦਿੰਦੇ ਆ ਉਹ ਹੁੰਦਾ ਨੈਗੇਟਿਵ, ਠੀਕ ਨਾ। ਅੱਗੇ ਬੇਟਾ ਹੈਗਾ ਜੀ ਕੰਪਲੈਕਸ ਪ੍ਰੋਸੈਸ ਪਲੱਸ ਕਿਹਾ ਜੀ ਕਿ ਜਿਹੜਾ ਮੋਟੀਵੇਸ਼ਨ ਹੈ ਨਾ ਉਹ ਕਹਿੰਦਾ ਕਿਹਾ ਜੀ ਬਹੁਤ ਜ਼ਿਆਦਾ ਟਿਪੀਕਲ ਜਿਹਾ ਹੁੰਦਾ, ਯਾਨੀ ਕਿ ਉਹਨੂੰ ਕਿਹਾ ਜੀ ਇੱਕੋ ਤਰ੍ਹਾਂ ਦਾ ਮੈਥਡ ਆਪਾਂ ਹਰੇਕ 'ਤੇ ਨਹੀਂ ਲਾ ਸਕਦੇ, ਠੀਕ ਨਾ। ਕਿ ਸਾਡੇ ਕੋਲ ਕਿਆ ਹੁੰਦੇ ਆ ਜੀ ਕਿ ਡਿਫਰੈਂਟ ਮਤਲਬ ਕਿ ਤਰ੍ਹਾਂ ਦੇ ਟਾਸਕ ਹੁੰਦੇ ਇਹਦੇ ਵਿੱਚ, ਠੀਕ ਨਾ। ਕਿ ਜਿਹੜੇ ਮਤਲਬ EMPLOYE ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ, ਅਲੱਗ-ਅਲੱਗ ਤਰ੍ਹਾਂ ਦੀ ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਆ, ਅਲੱਗ-ਅਲੱਗ ਤਰ੍ਹਾਂ ਦਾ ਉਹਨਾਂ ਦਾ ਬਿਹੇਵੀਅਰ ਹੁੰਦਾ ਹੈ, ਠੀਕ ਨਾ। ਹਰੇਕ ਹਿਊਮਨ ਬੀਇੰਗ ਦਾ ਕਹਿ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਜ਼ਰੂਰਤਾਂ ਹੁੰਦੀਆਂ, ਅਲੱਗ-ਅਲੱਗ ਤਰ੍ਹਾਂ ਦਾ ਬਿਹੇਵੀਅਰ ਹੁੰਦਾ ਆ, ਜਿਸ ਕਰਕੇ ਕੀ ਕਰਨਾ ਪੈਂਦਾ ਸਾਨੂੰ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਮੋਟੀਵੇਸ਼ਨ ਕਰਨਾ ਪੈਂਦਾ, ਠੀਕ ਨਾ। ਜਾਣੀ ਕਿ ਇੱਕੋ ਮੈਥਡ ਆਪਾਂ ਹਰ EMPLOYE 'ਤੇ ਨਹੀਂ ਲਾ ਸਕਦੇ, ਠੀਕ ਨਾ। ਅਲੱਗ-ਅਲੱਗ EMPLOYE ਲਈ ਸਾਨੂੰ ਕੀ ਕਰਨਾ ਪੈਂਦਾ ਜੀ ਅਲੱਗ-ਅਲੱਗ ਮੈਥਡ ਲਾਉਣਾ ਪੈਂਦਾ ਆ। ਕੁਛ ਨੂੰ ਆਪਾਂ ਕਹਿ ਜੀ ਮੋਨੈਟਰੀ ਤੌਰ 'ਤੇ ਮਤਲਬ ਮੋਟੀਵੇਟ ਕਰਦੇ ਆ, ਕੁਛ ਨੂੰ ਨੋਨ ਮੋਨੈਟਰੀ ਤੌਰ, ਕਿਸੇ ਨੂੰ ਪੋਜ਼ੀਟਿਵ ਮੈਥਡ ਲਾਉਣੇ ਆ, ਕਿਸੇ ਨੂੰ ਕੀ ਲਾਉਣੇ ਆ ਜੀ ਨੈਗੇਟਿਵ ਮੈਥਡ ਲਾਉਣੇ ਆ, ਠੀਕ ਨਾ। ਕਿ ਮਤਲਬ ਕਿ ਜੀ ਹਰੇਕ ਵਿਅਕਤੀ ਦੀਆਂ ਜ਼ਰੂਰਤਾਂ ਦੇ ਮੁਤਾਬਕ, ਠੀਕ ਨਾ, ਉਹਨੂੰ ਸੈਟਿਸਫਾਈ ਕਰਨ ਦੇ ਲਈ ਆਪਾਂ ਮੈਥਡ ਵੀ ਕੀ ਕਰਦੇ ਆ ਜੀ ਅਲੱਗ-ਅਲੱਗ। ਇਸੇ ਤਰ੍ਹਾਂ ਕਿ ਸਾਨੂੰ ਪ੍ਰੋਬਲਮ ਹੈ, ਸਾਨੂੰ ਪਹਿਲਾਂ ਕਿਹਾ ਜੀ ਮੈਨੇਜਰ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਬੰਦੇ ਨੂੰ ਆਪਾਂ ਕਿਹੜਾ ਮੈਥਡ ਯੂਜ਼ ਕਰਨਾ, ਉਹਨੂੰ ਹਰੇਕ ਵਿਅਕਤੀ ਬਾਰੇ ਕਿਹਾ ਜੀ ਨੌਲੇਜ ਹੋਣੀ ਚਾਹੀਦੀ, ਉਹਦੀਆਂ ਜ਼ਰੂਰਤਾਂ ਕੀ ਆ, ਉਹਦਾ ਬਿਹੇਵੀਅਰ ਕਿੱਦਾਂ ਦਾ, ਠੀਕ ਹੈ ਨਾ। ਕਿ ਮਤਲਬ ਕਿਹਾ ਜੀ ਅਲੱਗ-ਅਲੱਗ ਮੈਥਡ ਯੂਜ਼ ਕਰਕੇ ਪੈਂਦੇ ਆ, ਇਸ ਕਰਕੇ ਜਿਹੜਾ ਮੈਨੇਜਰ ਹੁੰਦਾ ਆ ਉਹਨੂੰ ਕਿਹਾ ਜੀ ਮੋਟੀਵੇਟ ਕਰਨੇ ਦੇ ਲਈ ਬਹੁਤ ਜ਼ਿਆਦਾ ਡਿਫੀਕਲਟ ਆਉਂਦਾ, ਮਤਲਬ ਉਹਨੂੰ ਪ੍ਰੋਬਲਮ ਆਉਂਦੀ, ਕੰਪਲੈਕਸ ਬਹੁਤ ਹੁੰਦਾ, ਉਹਨੂੰ ਸਾਹਮਣੇ ਵਿੱਚ ਕਿਹਾ ਜੀ ਅਲੱਗ-ਅਲੱਗ ਤਰ੍ਹਾਂ ਦੇ ਬਿਹੇਵੀਅਰ ਦੀ ਸਟੱਡੀ ਕਰਨੀ ਪੈਂਦੀ, ਠੀਕ ਨਾ।
ਉਹ ਤੋਂ ਬੇਟਾ ਅੱਗੇ ਹੈਗਾ ਜੀ ਡਾਇਨਾਮਿਕ ਔਰ ਕੰਟੀਨਿਊ ਪ੍ਰੋਸੈਸ। ਠੀਕ ਨਾ, ਕਿ ਜਿਹੜੀ ਮੋਟੀਵੇਸ਼ਨ ਵਾ ਉਹ ਸਾਡੀ ਕਹ ਜੀ ਡਾਇਨਾਮਿਕ ਤੇ ਕੰਟੀਨਿਊ ਪ੍ਰੋਸੈਸ ਹੁੰਦੀ ਹੈ। ਠੀਕ ਨਾ, ਕਿਉਂਕਿ ਬੇਟਾ ਜਿਹੜੀਆਂ ਮਤਲਬ ਹਿਊਮਨ ਨੀਡਸ ਆ ਕਹਿੰਦਾ ਨਾ ਜ਼ਰੂਰਤਾਂ ਆ ਉਹ ਅਨਲਿਮਟਿਡ ਆ, ਉਹ ਕਹ ਜੀ ਅਨਲਿਮਟਿਡ ਆ। ਠੀਕ ਨਾ, ਉਹਨਾਂ ਦੀਆਂ ਜਿਹੜੀਆਂ ਮਤਲਬ ਜ਼ਰੂਰਤਾਂ ਹੁੰਦੀਆਂ ਆ ਉਹ ਕਹ ਜੀ ਅਨਲਿਮਟਿਡ ਵੀ ਹੁੰਦੀਆਂ ਆ। ਠੀਕ ਨਾ, ਪਲੱਸ ਕਹ ਜੀ ਚੇਂਜ ਵੀ ਹੁੰਦੀਆਂ ਰਹਿੰਦੀਆਂ, ਕੰਟੀਨਿਊਸਲੀ ਕੀ ਹੁੰਦੀਆਂ ਰਹਿੰਦੀਆਂ, ਚੇਂਜ ਹੁੰਦੀਆਂ ਰਹਿੰਦੀਆਂ ਆ। ਔਰ ਜੇ ਮਤਲਬ ਸਾਡੀ ਉਹਦੀਆਂ ਜ਼ਰੂਰਤਾਂ ਚੇਂਜ ਹੋ ਗਈਆਂ ਤਾਂ ਨੈਚੁਰਲੀ ਆ ਜੀ ਕਿ ਉਹਦਾ ਮਤਲਬ ਜਿਹੜਾ ਮੋਟੀਵੇਸ਼ਨ ਦਾ ਮੈਥਡ ਹੋਣਾ ਉਹ ਵੀ ਚੇਂਜ ਹੋ ਜਾਣਾ। ਫੋਰ ਐਗਜ਼ਾਮਪਲ ਜੀ ਕਿਸੇ ਬੰਦੇ ਨੂੰ ਪਹਿਲਾਂ ਮਤਲਬ ਫੋਰ ਐਗਜ਼ਾਮਪਲ ਉਹਦੇ ਕੋਲ ਤਨਖਾਹ ਘੱਟ ਸੀਗੀ, ਉਹਦੀ ਅਸੀਂ ਤਨਖਾਹ ਵਧਾਤੀ, ਤਨਖਾਹ ਉਹਦੀ ਜ਼ਿਆਦਾ ਹੋ ਗਈ। ਹੁਣ ਉਹ ਬੰਦਾ ਕੀ ਚਾਹੁੰਦਾ ਆ, ਹੁਣ ਉਹ ਚਾਹੁੰਦਾ ਕਿ ਮੇਰੀ ਤਨਖਾਹ ਨਾ ਵਧੇ, ਮੇਰੀ ਕਹਿ ਜੀ ਪ੍ਰਮੋਸ਼ਨ ਹੋਵੇ ਜਾਂ ਮੇਰੀ ਰਿਸਪੈਕਟ ਵਧੇ। ਇਹਦਾ ਮਤਲਬ ਪਹਿਲਾਂ ਆਪਾਂ ਉਹਨੂੰ ਜੇ ਇੰਕਰੀਮੈਂਟ ਦਿੱਤੀ ਸੀਗੀ, ਹੁਣ ਆਪਾਂ ਉਹਨੂੰ ਇੰਕਰੀਮੈਂਟ ਨਾ ਦੇ ਕੇ ਉਹਦਾ ਕਹਿ ਜੀ ਰੈਂਕ ਵਧਾ ਦਾਂ, ਸੈਲਰੀ ਭਲਾ ਉਹਦੀ ਉਨੀ ਰਵੇ। ਠੀਕ ਹੈ ਨਾ, ਕਿ ਮਤਲਬ ਕਹਿ ਜੀ ਜਿਹੜੀਆਂ ਮਤਲਬ ਕਹਿ ਜੀ ਹਿਊਮਨ ਬੀਇੰਗ ਆ ਜਿੱਦਾਂ ਜਿੱਦਾਂ ਉਹਦੀਆਂ ਜ਼ਰੂਰਤਾਂ ਚੇਂਜ ਹੋਈ ਜਾਣੀਆਂ ਨਾ ਤਾਂ ਨੈਚੁਰਲੀ ਹੈ ਜੀ ਸਾਡਾ ਜਿਹੜਾ ਮੋਟੀਵੇਸ਼ਨ ਦਾ ਮੈਥਡ ਹੋਣਾ ਉਹ ਵੀ ਚੇਂਜ ਕਰਨਾ ਪੈਣਾ ਸਾਨੂੰ। ਠੀਕ ਹੈ ਨਾ, ਔਰ ਪਲੱਸ ਕਿਹਾ ਜੀ ਕਿ ਜਿਹੜਾ ਮੋਟੀਵੇਸ਼ਨ ਆ ਉਹ ਸਾਨੂੰ ਉਹਨੂੰ ਕੀ ਕਰਨਾ ਪੈਣਾ ਜੀ, ਕੰਟੀਨਿਊਸਲੀ ਕਰਨਾ ਪੈਣਾ। ਠੀਕ ਨਾ, ਇਹ ਨਹੀਂ ਹੈਗਾ ਕਿ ਅਸੀਂ ਉਹਨੂੰ ਇੱਕ ਵਾਰੀ ਮੋਟੀਵੇਟ ਕਰ ਦਿੱਤਾ ਕੰਮ ਕਰਨੇ ਤੇ ਫਿਰ ਉਹਨੂੰ ਛੱਡ ਦਿੱਤਾ, ਨਹੀਂ। ਫਿਰ ਇਹ ਦੇਖਣਾ ਹੈ ਕਿ ਲਗਾਤਾਰ ਉਹ ਕਿਹਾ ਜੀ ਕੰਮ ਜਿਸ ਤਰ੍ਹਾਂ ਉਹਨੂੰ ਮੋਟੀਵੇਟ ਕੀਤਾ ਗਿਆ ਆਪਣੀ ਪ੍ਰੋਸੈਸ ਜਿਹੜੀ ਉਹਦੀ ਪਰਫੋਰਮੈਂਸ ਆ ਉਹਨੂੰ ਬੈਸਟ ਕਰ ਰਿਹਾ ਜਾਂ ਨਹੀਂ। ਜੇ ਸਾਨੂੰ ਲੱਗਦਾ ਨਾ ਕਿ ਕਿਸ ਤਰ੍ਹਾਂ ਦੀ ਮਤਲਬ ਉਹਦੇ ਆਪਣੀ ਪਰਫੋਰਮੈਂਸ ਨੂੰ ਘਟਾਉਂਦਾ ਪਿਆ ਆ, ਠੀਕ ਨਾ, ਜਾਂ ਫਿਰ ਕਹਿ ਜੀ ਪਹਿਲਾਂ ਨਾਲੋਂ ਕੰਮ ਘੱਟ ਕਰਦਾ ਪਿਆ ਜਾਂ ਘੱਟ ਵਧੀਆ ਕੁਆਲਿਟੀ ਦਾ ਨਹੀਂ ਕਰ ਰਿਹਾ, ਤਾਂ ਆਪਾਂ ਉਹਨੂੰ ਦੁਬਾਰਾ ਤੋਂ ਮੋਟੀਵੇਟ ਕਰਨਾ। ਅਸੀਂ ਉਹਨੂੰ ਕੀ ਕਰਨਾ ਜੀ, ਦੁਬਾਰਾ ਤੋਂ ਹੋਰ ਮੋਟੀਵੇਟ ਕਰਨਾ। ਯਾਨੀ ਕਿ ਜਿਹੜਾ ਕੰਟੀਨਿਊ ਪ੍ਰੋਸੈਸ ਆ ਉਹ ਲਗਾਤਾਰ ਚੱਲਣਾ ਚਾਹੀਦਾ ਆ, ਕੰਟੀਨਿਊਸਲੀ। ਠੀਕ ਹੈ ਨਾ, ਕਿ ਜਿਹੜੀ ਮਤਲਬ ਕਹਿ ਜੀ ਮੋਟੀਵੇਸ਼ਨ ਦੀ ਪ੍ਰੋਸੈਸ ਆ ਇਹ ਨਹੀਂ ਹੈਗੀ ਕਿ ਸਿਰਫ ਪਹਿਲੇ ਮਹੀਨੇ ਲਈ ਕੀਤੀ ਜਾਂ ਪਹਿਲੇ ਹਫਤੇ ਲਈ ਕੀਤੀ ਜਾਂ ਜਦੋਂ ਇੰਪਲਾਈ ਆਉਂਦਾ ਆ ਉਹਨੂੰ ਉਦੋਂ ਮੋਟੀਵੇਟ ਕੀਤਾ। ਠੀਕ ਨਾ, ਜਾਂ ਫਿਰ ਕਹਿ ਜੀ ਕਿ ਪਹਿਲਾਂ ਉਹ ਛੋਟੇ ਰੈਂਕ 'ਤੇ ਸੀਗਾ, ਪ੍ਰਮੋਸ਼ਨ ਕਰਕੇ ਵੱਡੇ ਰੈਂਕ 'ਤੇ ਚਲ ਗਿਆ, ਜੀ ਅਸੀਂ ਉਹਨੂੰ ਕਹਿ ਜੀ ਪ੍ਰਮੋਸ਼ਨ ਕਰਕੇ ਫਿਰ ਉਹਨੂੰ ਮੋਟੀਵੇਟ ਕਰਨਾ ਛੱਡ ਦਿੱਤਾ, ਨਹੀਂ। ਜਦੋਂ ਉਹਨੇ ਪ੍ਰਮੋਸ਼ਨ ਕਰਕੇ ਦੂਜੇ ਲੈਵਲ 'ਤੇ ਚੱਲ ਜਾਂਦਾ ਨਾ, ਉੱਪਰ ਮਤਲਬ ਪੋਸਟ 'ਤੇ ਚੱਲ ਜਾਂਦਾ, ਅਸੀਂ ਉੱਥੇ ਵੀ ਉਹਨੂੰ ਮੋਟੀਵੇਟ ਕਰਨਾ। ਠੀਕ ਨਾ, ਇਹ ਨਹੀਂ ਹੈਗਾ ਕਿ ਅਸੀਂ ਉਹਨੂੰ ਮੋਟੀਵੇਟ ਕਰਨਾ ਕਿਹਾ ਜੀ ਛੱਡ ਦੇਣਾ ਹੈ। ਠੀਕ ਨਾ ਬੇਟਾ, ਸਮਝ ਲੱਗਿਆ ਨਾ ਕਿ ਜਿਹੜਾ ਮੋਟੀਵੇਟ ਪ੍ਰੋਸੈਸ ਆ ਉਹ ਕਿਹਾ ਜੀ ਡਾਇਨਾਮਿਕ ਆ, ਚੇਂਜ ਵੀ ਹੁੰਦੀ ਰਹਿੰਦੀ ਆ, ਪਲੱਸ ਕਿਹਾ ਜੀ ਕੰਟੀਨਿਊ ਵੀ ਚੱਲਣੀ ਚਾਹੀਦੀ ਹੈ। ਠੀਕ ਨਾ, ਤਦੇ ਹੀ ਮੋਟੀਵੇਟ ਦੇ ਸਾਨੂੰ ਕਿਹਾ ਜੀ ਰਿਜ਼ਲਟ ਵਧੀਆ ਮਿਲ ਸਕਦੇ ਆ, ਪਰਫੋਰਮੈਂਸ ਆਪਾਂ ਵਧੀਆ ਲੈ ਸਕਦੇ ਹਾਂ। ਠੀਕ ਨਾ, ਅੱਗੇ ਬੇਟਾ ਹੈਗਾ ਇੰਪੋਰਟੈਂਸ ਆਫ ਮੋਟੀਵੇਸ਼ਨ। ਕਿਆ ਜੀ, ਇੰਪੋਰਟੈਂਸ ਆਫ ਮੋਟੀਵੇਸ਼ਨ, ਜਿਸ ਵਿੱਚ ਪਹਿਲੇ ਨੰਬਰ 'ਤੇ ਬੇਟਾ ਹੈਗਾ ਜੀ ਚੇਂਜ ਨੈਗੇਟਿਵ ਐਟੀਟਿਊਡ ਟੂ ਪੋਜ਼ੀਟਿਵ। ਠੀਕ ਨਾ, ਕਿ ਮੋਟੀਵੇਸ਼ਨ ਦੇ ਨਾਲ ਜਿਹੜਾ ਮਤਲਬ ਇੰਪਲਾਈਜ਼ ਦਾ ਨੈਗੇਟਿਵ ਐਟੀਟਿਊਡ ਹੁੰਦਾ ਉਹਨੂੰ ਅਸੀਂ ਕਦੇ ਵੀ ਕਨਵਰਟ ਕਰ ਦਿੰਦੇ ਹਾਂ ਜੀ ਪੋਜ਼ੀਟਿਵ ਵਿੱਚ। ਠੀਕ ਨਾ, ਕਿ ਜੇ ਬੇਟਾ ਆਪਾਂ ਮੋਟੀਵੇਟ ਨਹੀਂ ਕਰਦੇ ਨਾ, ਵਿਦਆਊਟ ਮੋਟੀਵੇਟ ਜਿਹੜਾ ਮਤਲਬ ਇੰਪਲਾਈ ਆ ਉਹ ਆਪਣੀ ਜਿਹੜੀ ਪਰਫੋਰਮੈਂਸ ਆ ਉਹ ਮਿਨੀਮਮ ਕਹਿ ਜੀ ਮਤਲਬ ਦਿੰਦਾ ਆ। ਠੀਕ ਨਾ, ਕਿ ਆਪਣੀ ਪਰਫੋਰਮੈਂਸ ਨੂੰ ਕਹਿ ਜੀ ਇੰਪਰੂਵ ਨਹੀਂ ਕਰਦਾ ਬਹੁਤਾ। ਠੀਕ ਨਾ, ਕਿ ਜਿੰਨਾ ਉਹ ਤੋਂ ਮਤਲਬ ਹੁਣ ਕੰਮ ਹੁੰਦਾ ਉਨਾ ਕੁ ਕਰਦਾ ਆ। ਠੀਕ ਨਾ, ਬਟ ਜਦੋਂ ਆਪਾਂ ਨੂੰ ਮੋਟੀਵੇਟ ਕਰਦੇ ਹਾਂ, ਠੀਕ ਹੈ, ਜਦੋਂ ਉਹਦੀਆਂ ਜ਼ਰੂਰਤਾਂ ਨੂੰ ਕਹਿ ਜੀ ਪੂਰਾ ਕਰਦੇ ਹਾਂ। ਫੋਰ ਐਗਜ਼ਾਮਪਲ ਅਸੀਂ ਉਹਨੂੰ ਕਹਿ ਦਿੰਦੇ ਹਾਂ ਕਿ ਭਾਈ ਜੇ ਤੂੰ ਵਧੀਆ ਕੰਮ ਕਰੂੰਗਾ ਤੈਨੂੰ ਪ੍ਰਮੋਸ਼ਨ ਦੇਵਾਂਗੇ ਜਾਂ ਫਿਰ ਤੈਨੂੰ ਕਹਿ ਜੀ ਇੰਕਰੀਮੈਂਟ ਦੇਵਾਂਗੇ, ਤਾਂ ਉਹਦੇ ਨਾਲ ਕੀ ਹੁੰਦਾ ਜੀ ਕਿ ਜਿਹੜਾ ਇੰਪਲਾਈ ਹੋਣਾ ਆ ਉਹਨੇ ਉਸ ਚੀਜ਼ ਤੋਂ ਮੋਟੀਵੇਟ ਹੋ ਕੇ ਜਿਹੜੀ ਆਪਣੀ ਪਰਫੋਰਮੈਂਸ ਆ ਉਹ ਕਹਿ ਜੀ ਬੈਸਟ ਦੇਣੀ ਆ, ਜਿਹਦੇ ਨਾਲ ਕੀ ਕਰ ਸਕੇ ਜੀ ਆਪਣੀਆਂ ਜਿਹੜੀਆਂ ਉਹਦੀਆਂ ਮੋਟਿਵ ਆ ਜਾਂ ਜਿਹੜੇ ਡਿਜ਼ਾਇਰ ਉਹਨਾਂ ਨੂੰ ਕਹਿ ਜੀ ਉਹ ਫੁੱਲਫਿਲ ਕਰ ਸਕੇ। ਠੀਕ ਨਾ, ਕਿਉਂਕਿ ਬੇਟਾ ਜਦੋਂ ਆਪਾਂ ਨੂੰ ਮੋਟੀਵੇਟ ਹੀ ਨਹੀਂ ਕਰਨਾ ਉਹਨੂੰ ਕੋਈ ਆਪਾਂ ਉਹਦੀ ਕਹਿ ਫੋਰ ਐਗਜ਼ਾਮਪਲ ਉਹਦਾ ਕੋਈ ਜਿਹੜੀ ਮਤਲਬ ਉਹਦੀ ਮੋਟਿਵ ਉਹਨੂੰ ਰੱਖਦੇ ਨਹੀਂ ਹੈਗੇ। ਫੋਰ ਐਗਜ਼ਾਮਪਲ ਅਸੀਂ ਤਾਂ ਮੋਟਿਵ ਰੱਖ ਦਿੱਤਾ ਭਾਈ ਤੇਰੀ ਪ੍ਰਮੋਸ਼ਨ ਹੋਊਗੀ, ਤਾਂ ਨੈਚੁਰਲੀ ਹੈ ਜੀ ਉਸ ਮੋਟਿਵ ਤੋਂ ਉਹਨੇ ਕੀ ਹੋਣਾ ਜੀ ਮੋਟੀਵੇਟ ਹੋ ਕੇ ਆਪਣੀ ਪਰਫੋਰਮੈਂਸ ਵਧੀਆ ਤੋਂ ਵਧੀਆ ਦੇ। ਠੀਕ ਨਾ, ਅੱਗੇ ਬੇਟਾ ਹੈਗਾ ਦੂਜੇ ਨੰਬਰ 'ਤੇ ਇੰਪਰੂਵ ਪਰਫੋਰਮੈਂਸ ਆਫ ਇੰਪਲਾਈਜ਼। ਉਹਦਾ ਬੇਟਾ ਨੈਚੁਰਲੀ ਆ ਕਿ ਜਦੋਂ ਅਸੀਂ ਕਹਿ ਜੀ ਕਿਸੇ ਬੰਦੇ ਨੂੰ ਮੋਟੀਵੇਟ ਕਰਦੇ ਹਾਂ, ਉਹਨੂੰ ਉਤਸ਼ਾਹਿਤ ਕਰਦੇ ਹਾਂ, ਉਹ ਕੀ ਕਰਦਾ ਹੁੰਦਾ ਹੈ ਜੀ ਉਹ ਆਪਣੀ ਹੈ ਨਾ ਮਤਲਬ ਪਰਫੋਰਮੈਂਸ ਦੀ ਬੈਸਟ ਅਬਿਲਿਟੀ ਨੂੰ ਯੂਜ਼ ਕਰਕੇ, ਠੀਕ ਨਾ, ਜਿੰਨੀ ਉਹਦੀ ਕਪੈਸਿਟੀ ਹੈਗੀ ਆ ਉਹਨੂੰ ਯੂਜ਼ ਕਰਕੇ ਮਿਨੀਮਮ ਵੇਸਟੇਜ ਨੂੰ ਕਰਕੇ ਰਿਸੋਰਸ ਦਾ ਵੀ ਫੁੱਲ ਯੂਟੀਲਾਈਜ਼ ਕਰਦਾ ਆ। ਠੀਕ ਨਾ, ਕਿਉਂਕਿ ਜਿਹਦੇ ਨਾਲ ਕੀ ਹੋਣਾ ਜੀ ਉਹਦੀ ਜਿਹੜੀਆਂ ਮਤਲਬ ਉਹਦੀਆਂ ਮੋਟਿਵ ਆ ਉਹਨਾਂ ਨੂੰ ਕੀ ਕਰ ਸਕੇ ਜੀ ਉਹ ਫੁੱਲਫਿਲ ਕਰ ਸਕੇ। ਠੀਕ ਨਾ, ਉਹਨੂੰ ਕੀ ਕਰ ਸਕੇ ਜੀ ਉਹ ਫੁੱਲਫਿਲ ਕਰ ਸਕੇ, ਆਪਣੀ ਪਰਫੋਰਮੈਂਸ ਕੀ ਕਰ ਸਕੇ ਜੀ ਬੈਸਟ ਦੇ ਸਕੇ। ਠੀਕ ਨਾ, ਅਤੇ ਬੇਟਾ ਨੈਚੁਰਲੀ ਆ ਕਿ ਜਦੋਂ ਉਹਨੇ ਕਿਹਾ ਜੀ ਆਪਣੀ ਜਿਹੜੀ ਪਰਫੋਰਮੈਂਸ ਹੋਣੀ ਆ ਉਹ ਵਧੀਆ ਦੇਣੀ ਆ। ਠੀਕ ਨਾ, ਕਿ ਮਤਲਬ ਕਿ ਜੀ ਜਿੰਨੀ ਵੀ ਉਹਦੀ ਕਪੈਸਿਟੀ ਹੋਣੀ ਆ ਉਨਾ ਉਹਨੇ ਯੂਜ਼ ਕਰਨਾ, ਉਹਦਾ ਵੇਸਟੇਜ ਘੱਟ ਕਰਨੀ ਆ, ਰਿਸੋਰਸ ਦਾ ਹੀ ਫੁੱਲ ਯੂਟੀਲਾਈਜ਼ ਕਰਨਾ ਆ, ਅਤੇ ਪਲੱਸ ਟਾਈਮ ਦਾ ਹੀ ਫੁੱਲ ਯੂਟੀਲਾਈਜ਼ ਕਰਨਾ, ਅਤੇ ਵੇਸਟੇਜ ਕੀ ਕਰਨੀ ਆ ਜੀ ਘੱਟ ਕਰਨੀ ਆ। ਤਾਂ ਨੈਚੁਰਲੀ ਹੈ ਜੀ ਉਹਦੀ ਪਰਫੋਰਮੈਂਸ ਵੀ ਕੀ ਹੋਣੀ ਆ ਜੀ ਵਧੀਆ, ਉਹਦੀ ਪਰਫੋਰਮੈਂਸ ਵੀ ਕੀ ਹੋਣੀ ਆ ਜੀ ਵਧੀਆ ਹੋਣੀ ਆ। ਠੀਕ ਨਾ, ਉਹਨਾਂ ਕੀ ਹੋਣਾ ਜੀ ਸਾਡੇ ਬਿਜ਼ਨਸ ਨੂੰ ਨੈਚੁਰਲੀ ਪ੍ਰੋਫਿਟ ਹੀ ਹੋਣਾ। ਜੇ ਮਤਲਬ ਕੋਈ ਬੰਦਾ
ਕੋਸਟ ਉਹਦੀ ਘੱਟ ਆਉਂਦੀ ਆ, ਪਰਫਾਰਮੈਂਸ ਉਹਦੀ ਬੈਸਟ ਵਾ, ਤਾਂ ਉਹਦੇ ਨਾਲ ਕੀ ਹੋਣਾ, ਸਾਡੇ ਬਿਜ਼ਨਸ ਦਾ ਵੀ ਪ੍ਰੋਫਿਟ ਕਿਆ ਜੀ ਵਧਣਾ ਹੈ। ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਜੀ ਹੈਲਪ ਇਨ ਅਚੀਵਿੰਗ ਆਰਗੇਨਾਈਜੇਸ਼ਨ ਗੋਲਸ। ਠੀਕ ਨਾ, ਕਿ ਪਲੱਸ ਕਿਆ ਜੀ ਕਿ ਜਦੋਂ ਵੀ ਕੋਈ ਇੰਪਲਾਈ ਆਪਣੀ ਬੈਸਟ ਪਰਫਾਰਮੈਂਸ ਦਊਗਾ, ਠੀਕ ਨਾ, ਕਿ ਮਤਲਬ ਕਿਆ ਜੀ ਕਿ ਅਸੀਂ ਕਰਾਂਗੇ ਉਸ ਮਤਲਬ ਇੰਪਲਾਈ ਨੂੰ ਐਫਰਟ ਕਰਦੇ ਹਾਂ ਕਿ ਠੀਕ ਆ, ਉਹਨੂੰ ਮੋਟੀਵੇਟ ਕਰਦੇ ਹਾਂ ਕੋਈ ਆਪਣੀ ਕੀ ਕਰੇ ਜੀ ਬੈਸਟ ਤੋਂ ਬੈਸਟ ਪਰਫਾਰਮੈਂਸ ਕਿਆ ਵੀ ਦੇਵੇ। ਔਰ ਜਦੋਂ ਬੇਟਾ ਉਹਨੇ ਬੈਸਟ ਤੋਂ ਬੈਸਟ ਪਰਫਾਰਮੈਂਸ ਦੇਣੀ ਆ ਤਾਂ ਨੈਚੁਰਲੀ ਹੈ ਜੀ ਉਹ ਆਪਣੇ ਪਰਸਨਲ ਗੋਲ ਅਚੀਵ ਕਰੂਗਾ, ਆਪਣੇ ਪਰਸਨਲ ਗੋਲ ਅਚੀਵ ਕਰੂਗਾ। ਔਰ ਬੇਟਾ ਜਦੋਂ ਉਹਦੀ ਪਰਸਨਲ ਗੋਲ ਅਚੀਵ ਹੋਣੇ ਆ ਤਾਂ ਨੈਚੁਰਲੀ ਹੈ ਜੀ ਉਹਦੇ ਨਾਲ ਆਰਗੇਨਾਈਜੇਸ਼ਨ ਦੇ ਗੋਲ ਵੀ ਅਚੀਵ ਹੋਣਗੇ। ਜੇ ਹੁਣ ਅਸੀਂ ਇਹ ਕਹਿ ਦਿੰਦੇ ਹਾਂ ਕਿ ਮਤਲਬ ਕੋਈ ਵੀ ਇੰਪਲਾਈ ਆ ਉਹ ਆਪਣੀ ਬੈਸਟ ਪਰਫਾਰਮੈਂਸ ਦੇ ਕੇ, ਠੀਕ ਨਾ, ਉਹਨੂੰ ਆਪਾਂ ਪ੍ਰਮੋਸ਼ਨ ਦੇਵਾਂਗੇ, ਮਤਲਬ ਕਹਿ ਜੀ ਉਹ ਪੋਸਟ ਕੀ ਹੋਵੇ ਜੀ ਘੱਟ ਤੋਂ ਘੱਟ ਲਵੇ, ਠੀਕ ਹੈ, ਪ੍ਰੋਡਕਸ਼ਨ ਕਹਿ ਜੀ ਜ਼ਿਆਦਾ ਤੋਂ ਜ਼ਿਆਦਾ ਕਰੀ, ਤਾਂ ਨੈਚੁਰਲੀ ਹੈ ਜੀ ਜਦੋਂ ਨੇ ਆਪਣੀ ਪੂਰੀ ਐਫਰਟ ਲਾ ਕੇ ਜਿਹੜੇ ਉਹਦੇ ਮਤਲਬ ਗੋਲ ਅਚੀਵ ਕਰਨੇ ਆ, ਠੀਕ ਨਾ, ਉਹਦਾ ਇੰਡੀਵਿਜੂਅਲ ਗੋਲ ਕੀ ਆ ਕਿ ਕੋਸਟ ਘੱਟ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਦੇਵਾਂ, ਤਾਂ ਨੈਚੁਰਲੀ ਹੈ ਜੀ ਉਹਦੇ ਨਾਲ ਆਟੋਮੈਟਿਕਲੀ ਜਿਹੜੇ ਆਰਗੇਨਾਈਜੇਸ਼ਨ ਗੋਲ ਆ ਨਾ ਉਹ ਵੀ ਕਿਆ ਹੋਣੇ ਆ ਜੀ ਉਹਦੇ ਪੂਰੇ ਹੋਣੇ ਆ। ਠੀਕ ਨਾ, ਕਿਉਂਕਿ ਬੇਟਾ ਜਿਹੜੇ ਉਹਦੇ ਪਰਸਨਲ ਗੋਲਸ ਹੋਣੇ ਆ, ਜਦੋਂ ਉਹਦੀ ਜ਼ਿਆਦਾ ਪ੍ਰੋਡਕਸ਼ਨ ਕਰਨੀ, ਕੋਸਟ ਘੱਟ ਕਰਨੀ ਆ, ਉਹ ਕਿੰਨਾ ਰਿਲੇਟਡ ਹੋਣੇ ਹੈਗੇ ਆ ਜੀ, ਉਹ ਹੋਣੇ ਹੈਗੇ ਸਾਡੇ ਕੋਲ ਕਿਆ ਜੀ ਆਰਗੇਨਾਈਜੇਸ਼ਨ ਦੇ ਗੋਲਸ ਦੇ ਨਾਲ। ਠੀਕ ਨਾ, ਕਿ ਜੇ ਮਤਲਬ ਕਿਆ ਜੀ ਉਹ ਪਰਸਨਲ ਗੋਲਸ ਅਚੀਵ ਕਰੂੰਗਾ ਤਾਂ ਨੈਚੁਰਲੀ ਹੈ ਜੀ ਉਹਨੇ ਆਰਗੇਨਾਈਜੇਸ਼ਨ ਦੇ ਗੋਲਸ ਵੀ ਨਾਲ ਦੇ ਨਾਲ ਅਚੀਵ ਹੋਣਗੇ। ਠੀਕ ਨਾ। ਅੱਗੇ ਬੇਟਾ ਹੈਗਾ ਸਾਡਾ ਕ੍ਰੀਏਟ ਸਪੋਰਟਡ ਵਰਕ ਇਨਵਾਇਰਮੈਂਟ, ਉਹ ਤਾਂ ਬੇਟਾ ਨੈਚੁਰਲੀ ਆ। ਠੀਕ ਨਾ, ਕਿ ਮਤਲਬ ਕਿਆ ਜੀ ਕਿ ਜਿਹੜਾ ਵਰਕ ਇਨਵਾਇਰਮੈਂਟ ਵਧੀਆ ਬਣਾ, ਠੀਕ ਨਾ, ਕਿਉਂਕਿ ਬੇਟਾ ਜਦੋਂ ਮਤਲਬ ਸੁਪੀਰੀਅਰ ਬੰਦਿਆਂ ਨੇ ਆਪਣੇ ਜਿਹੜੇ ਸਬੋਰਡੀਨੇਟਸ ਆ ਜਾਂ ਉਹਨਾਂ ਦੇ ਵਰਕਰ ਆ, ਜਦੋਂ ਉਹਨਾਂ ਨੂੰ ਕਿਆ ਜੀ ਮੋਟੀਵੇਟ ਕਰਨਾ ਆ, ਠੀਕ ਹੈ, ਮੋਟੀਵੇਟ ਕਰਨਾ ਮਤਲਬ ਕਿਆ ਜੀ ਉਹਨਾਂ ਦੀ ਜਿਹੜੀਆਂ ਜ਼ਰੂਰਤਾਂ ਹੋਣੀਆਂ ਆ ਉਹਨਾਂ ਨੂੰ ਸੈਟਿਸਫਾਈ ਕਰਨਾ, ਉਹਨਾਂ ਨੂੰ ਰਿਸਪੈਕਟ ਦੇਣੀ ਆ, ਠੀਕ ਹੈ, ਉਹਨਾਂ ਨੂੰ ਰੈਕਗਨਾਈਜੇਸ਼ਨ ਕਰਨਾ, ਮੰਨ ਲਓ ਉਹਨਾਂ ਦੀ ਇੱਕ ਤਰ੍ਹਾਂ ਦੀ ਪਹਿਚਾਣ ਬਣਾਉਣੀ ਆ, ਤਾਂ ਨੈਚੁਰਲੀ ਹੈ ਜੀ ਕਿ ਜਿਹੜੇ ਮਤਲਬ ਕੀ ਹੋਣੇ ਹੈਗੇ ਆ ਜੀ ਕਿ ਜਿਹੜੇ ਮਤਲਬ ਫੋਰ ਐਗਜ਼ਾਮਪਲ ਇੰਪਲਾਈ ਹੋਣੇ ਆ ਉਹਨੇ ਆਪਣੇ ਸੁਪੀਰੀਅਰ ਦੇ ਕਹਿ ਜੀ ਰਿਵਾਰਡ ਕਰੂੰਗੇ, ਉਹਨਾਂ ਦੇ ਨਾਲ ਕਹਿ ਜੀ ਮਿਲ ਕੇ ਚੱਲੂਗੇ। ਠੀਕ ਨਾ, ਅਤੇ ਪਲੱਸ ਕਿਆ ਜੀ ਇਹਨਾਂ ਕੀ ਹੋਣਾ ਜੀ ਕਿ ਜਿਹੜੇ ਸੁਪੀਰੀਅਰ ਹੋਣੇ ਆ ਅਤੇ ਸੁਪੀਰੀਅਰ ਪਰਸਨ ਹੋਣੇ ਆ ਜਾਂ ਉਹਨੇ ਸਬੋਰਡੀਨੇਟ ਹੋਣੇ ਆ, ਜਾਣੀ ਕਿ ਕਹਿ ਜੀ ਮੈਨੇਜਮੈਂਟ ਵਾਲੇ ਅਤੇ ਵਰਕਰ ਵਾਲੇ, ਉਹਨਾਂ ਦੇ ਨਾਲ ਉਹਨਾਂ ਵਿੱਚ ਰਿਲੇਸ਼ਨਸ਼ਿਪ ਕੀ ਰਹਿੰਦਾ ਜੀ ਵਧੀਆ ਰਹਿੰਦਾ। ਠੀਕ ਨਾ, ਉਹਨਾਂ ਵਿੱਚ ਕਿਹਾ ਜੀ ਕਿਸ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਹੁੰਦਾ, ਕਿਸ ਤਰ੍ਹਾਂ ਦੀ ਸਟਰਾਈਕ ਨਹੀਂ ਹੁੰਦੀ। ਠੀਕ ਹੈ ਨਾ, ਕਿਉਂਕਿ ਮਤਲਬ ਜਿਹੜਾ ਮਤਲਬ ਕਹਿ ਜੀ ਫੋਰ ਐਗਜ਼ਾਮਪਲ ਸੁਪੀਰੀਅਰ ਹੋਣਾ ਉਹਨੇ ਮੋਟੀਵੇਟ ਕਰਨ ਦੇ ਲਈ ਇੰਪਲਾਈ ਦੀਆਂ ਪੂਰੀਆਂ ਗੱਲਾਂ ਸੁਣਨੀਆਂ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਅਤੇ ਜਿਹੜਾ ਇੰਪਲਾਈ ਹੋਣਾ ਆ ਉਹਨੇ ਆਪਣੀ ਬੈਸਟ ਪਰਫਾਰਮੈਂਸ ਦੇ ਕੇ ਜਿਹੜੇ ਉਹਨਾਂ ਦੇ ਸੁਪੀਰੀਅਰ ਹੋਣੇ ਜਾਂ ਮੈਨੇਜਮੈਂਟ ਹੋਣੇ ਆ ਉਹਨਾਂ ਨੂੰ ਕੀ ਕਰਨਾ ਹੈਗਾ ਜੀ ਵਧੀਆ ਸੈਟਿਸਫਾਈ ਕਰਨਾ। ਇਹਨਾਂ ਕੀ ਹੋਣਾ ਜੀ ਦੋਨਾਂ ਦੇ ਵਿੱਚ ਆਪਸ ਵਿੱਚ ਰਿਲੇਸ਼ਨ ਵਧੀਆ ਰਹਿਣੇ ਆ। ਔਰ ਜੇ ਵਰਕਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਅਤੇ ਜਿਹੜਾ ਮਤਲਬ ਸੁਪੀਰੀਅਰ ਹੁੰਦੇ ਆ ਜਾਂ ਮੈਨੇਜਮੈਂਟ ਵਾਲੇ ਹੁੰਦੇ ਆ ਉਹਨੇ ਉਹਨਾਂ ਦੀ ਪ੍ਰੋਬਲਮ ਨੂੰ ਸੋਲਵ ਕਰਨਾ, ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰਨਾ ਵੀ ਬੇਟਾ ਇੱਕ ਤਰ੍ਹਾਂ ਦਾ ਮੋਟੀਵੇਸ਼ਨ ਹੀ ਆ। ਠੀਕ ਹੈ ਨਾ, ਜੋ ਉਹ ਚਾਹੁੰਦੇ ਆ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਕਿਹਾ ਜੀ ਇਨਵਾਇਰਮੈਂਟ। ਇਹਨਾਂ ਕੀ ਹੁੰਦਾ ਬੇਟਾ ਜਦੋਂ ਉਹਨਾਂ ਦੇ ਰਿਲੇਸ਼ਨਸ਼ਿਪ ਵਧੀਆ ਹੋਣਗੇ, ਠੀਕ ਨਾ, ਉਹਦੇ ਨਾਲ ਕੀ ਹੋਣਾ ਜੀ ਸਾਡੇ ਮਤਲਬ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਵਧੀਆ ਇਨਵਾਇਰਮੈਂਟ ਹੋਊਗਾ ਜਿਹਦੇ ਵਿੱਚ ਹਰ ਇੰਪਲਾਈ ਆਪਣੇ ਵਧੀਆ ਤਰੀਕੇ ਨਾਲ ਕੰਮ ਕਰਕੇ ਵਧੀਆ ਪਰਫਾਰਮੈਂਸ ਦੇ ਸਕਦਾ ਹੈ। ਠੀਕ ਨਾ, ਕਿਉਂਕਿ ਬੇਟਾ ਜੇ ਮੰਨ ਲਓ ਕਹਿ ਜੀ ਫੋਰ ਦਾ ਇਨਵਾਇਰਮੈਂਟ ਵਧੀਆ ਨਹੀਂ ਹੈਗਾ ਤਾਂ ਨੈਚੁਰਲੀ ਹੈ ਸਾਡੇ ਕਹਿ ਜੀ ਜਿਹੜੇ ਵਰਕਰ ਆ ਉਹ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਠੀਕ ਨਾ, ਅੱਗੇ ਬੇਟਾ ਹੈਗਾ ਹੈਲਪ ਮੈਨੇਜਰ ਟੂ ਇੰਟਰੋਡਿਊਸ ਚੇਂਜਿਸ। ਠੀਕ ਨਾ ਬੇਟਾ ਮੈਨੇਜਰ ਹੈ ਨਾ ਜਦੋਂ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਮੈਨੇਜਮੈਂਟ ਠੀਕ ਨਾ ਕਿਸੇ ਤਰ੍ਹਾਂ ਦਾ ਵੀ ਚੇਂਜ ਕਰਦੀ ਆ, ਫੋਰ ਐਗਜ਼ਾਮਪਲ ਕੁਛ ਇੰਸਟਰਕਸ਼ਨਾਂ ਲਾਉਂਦੀ ਆ, ਠੀਕ ਨਾ, ਕੁਛ ਮਤਲਬ ਪੋਲਸੀਆਂ ਲਿਆਂਦੀ ਆ ਜਾਂ ਬਿਜ਼ਨਸ ਵਿੱਚ ਥੋੜ੍ਹਾ ਬਹੁਤਾ ਚੇਂਜ ਕਰਨੀ ਚਾਹੀਦੀ ਆ, ਤਾਂ ਇੰਪਲਾਈ ਕਿਹਾ ਜੀ ਉਹਦਾ ਵਿਰੋਧ ਨਹੀਂ ਕਰਦੀ, ਕਰਕੇ ਉਹਨਾਂ ਨੂੰ ਪਤਾ ਹੁੰਦਾ ਆ ਕਿ ਜੇ ਅਸੀਂ ਮਤਲਬ ਇਹ ਚੇਂਜ ਠੀਕ ਹੈ ਨਹੀਂ ਇੰਪਲੀਮੈਂਟ ਨਹੀਂ ਕਰਦੇ ਉਹਦਾ ਕੀ ਹੋਣਾ ਜੀ ਆਰਗੇਨਾਈਜੇਸ਼ਨ ਦਾ ਲੋਸ ਹੋਊਗਾ, ਪਲੱਸ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋਣੀਆਂ। ਜੇ ਬਿਜ਼ਨਸ ਨੂੰ ਲੋਸ ਹੋਊਗਾ ਤਾਂ ਉਹਦਾ ਲੋਸ ਸਾਨੂੰ ਵੀ ਹੋਣਾ ਆ। ਠੀਕ ਨਾ, ਇਸ ਕਰਕੇ ਉਹ ਪਹਿਲਾਂ ਤੋਂ ਮੋਟੀਵੇਟ ਹੋ ਜਾਂਦੇ ਆ, ਉਹਨਾਂ ਨੂੰ ਕਹਿ ਜੀ ਮੋਟੀਵੇਟ ਕਰਕੇ ਅਸੀਂ ਕਿਆ ਕਰ ਸਕਦੇ ਹਾਂ ਜੀ ਜਿਹੜੇ ਬਿਜ਼ਨਸ ਦੇ ਵਿੱਚ ਚੇਂਜ ਲਿਆਉਣੇ ਆ ਉਹਨਾਂ ਨੂੰ ਚੇਂਜ ਲਿਆ ਸਕਦੇ ਹਾਂ, ਅਤੇ ਜਿਹੜੀ ਮਤਲਬ ਕਹਿ ਜੀ ਇੰਪਲਾਈ ਹੁੰਦੇ ਆ ਉਹਨੂੰ ਕੀ ਕਰਦੇ ਅਸੀਂ ਉਹ ਅਕਸੈਪਟ ਕਰ ਲੈਂਦੇ ਆ। ਠੀਕ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੇ ਮਤਲਬ ਚੇਂਜ ਨੂੰ ਅਸੀਂ ਫੋਲੋ ਕਰਦੇ ਹਾਂ ਉਹਦੇ ਮੁਤਾਬਕ ਚੱਲਦੇ ਹਾਂ ਜੋ ਮੈਨੇਜਮੈਂਟ ਨੇ ਕਿਹਾ ਆ ਉਹਦੇ ਨਾਲ ਕਿਹਾ ਜੀ ਆਰਗੇਨਾਈਜੇਸ਼ਨ ਵੀ ਫਾਇਦਾ ਹੋਊਗਾ ਪਲੱਸ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਹੋਣੀਆਂ। ਜੇ ਉਹ ਆਰਗੇਨਾਈਜੇਸ਼ਨ ਨੂੰ ਐਕਸੈਪਟ ਨਹੀਂ ਕਰਦੇ ਨਾ ਤਾਂ ਕਿਹਾ ਜੀ ਆਰਗੇਨਾਈਜੇਸ਼ਨ ਨੂੰ ਵੀ ਲੋਸ ਹੋਊਗਾ, ਜੇ ਆਰਗੇਨਾਈਜੇਸ਼ਨ ਲੋਸ ਹੋਊਗਾ ਨੈਚੁਰਲੀ ਉਹਨਾਂ ਦੀਆਂ ਜ਼ਰੂਰਤਾਂ ਵੀ ਫੁੱਲਫਿਲ ਨਹੀਂ ਹੋਣੀਆਂ। ਠੀਕ ਨਾ ਬੇਟਾ, ਉਹ ਤੋਂ ਅੱਗੇ ਹੈਗਾ ਜੀ ਰਿਡਕਸ਼ਨ ਇਨ ਇੰਪਲਾਈਜ਼ ਟਰਨਓਵਰ। ਠੀਕ ਹੈ ਨਾ ਬੇਟਾ, ਮੈਂ ਦੱਸਿਆ ਸੀਗਾ ਇੰਪਲਾਈਜ਼ ਟਰਨਓਵਰ ਦਾ ਮਤਲਬ ਹੁੰਦਾ ਆ ਕਿ ਸਾਡੇ ਬਿਜ਼ਨਸ ਨੂੰ ਛੱਡ ਕੇ ਜਾਣ ਵਾਲੇ ਇੰਪਲਾਈ। ਠੀਕ ਨਾ, ਜਿੱਦਾਂ ਹੁੰਦਾ ਨਾ ਕੋਈ ਬੰਦਾ ਆਪਾਂ ਰੱਖਿਆ ਸਾਲ ਲਈ 2 ਮਹੀਨੇ ਬਾਅਦ ਛੱਡ ਕੇ ਚੱਲ ਜਾਂਦਾ ਆ, ਉਹਦਾ ਕਿਹਾ ਜੀ ਉਹਨਾਂ ਸਾਨੂੰ ਕੀ ਹੋ ਜਾਂਦੀ ਹੈਗੀ ਜੀ
ਪ੍ਰੋਬਲਮ ਆਉਂਦੀ। ਪ੍ਰੋਬਲਮ ਕੀ ਆਉਂਦੀ ਆ ਕਿ ਸਾਨੂੰ ਦੁਬਾਰਾ ਤੋਂ ਇੰਪਲਾਈ ਨਵੇਂ ਰੱਖਣੇ ਪੈਂਦੇ ਆ, ਠੀਕ ਨਾ। ਪਰ ਜਦੋਂ ਆਪਾਂ ਇੰਪਲਾਈ ਨੂੰ ਮੋਟੀਵੇਟ ਕਰਦੇ ਹਾਂ, ਉਹਨਾਂ ਦੀਆਂ ਜ਼ਰੂਰਤਾਂ ਨੂੰ ਕੀ ਕਰਦੇ ਹਾਂ ਜੀ, ਸੈਟੀਸਫਾਈ ਕਰਦੇ ਹਾਂ, ਠੀਕ ਨਾ। ਉਹਨਾਂ ਨੂੰ ਹਰੇਕ ਫੈਸਿਲਿਟੀ ਦਿੰਦੇ ਆ, ਉਹਨਾਂ ਨੂੰ ਪ੍ਰਮੋਸ਼ਨ ਦੇ ਚਾਂਸ ਦਾ। ਉਹਨਾਂ ਕੀ ਹੋਣਾ ਜੀ ਕਿ ਜਿਹੜੇ ਇੰਪਲਾਈ ਦੀ ਮਤਲਬ ਕਿ ਜੀ ਟਰਨਓਵਰ ਹੋਣੀ ਆ ਉਹ ਘਟ ਜਾਂਦੀ ਆ, ਠੀਕ ਨਾ। ਕਿ ਮਤਲਬ ਕਿ ਜੀ ਇੰਪਲਾਈ ਸਾਡੇ ਬਿਜ਼ਨਸ ਨੂੰ ਛੱਡ ਕੇ ਜਾਣ ਵਾਲੇ ਬਹੁਤ ਜ਼ਿਆਦਾ ਘਟ ਜਾਂਦੇ ਆ। ਉਹ ਜ਼ਿਆਦਾਤਰ ਕਿਹਾ ਜੀ ਆਪਣੀਆਂ ਜ਼ਰੂਰਤਾਂ ਜਦੋਂ ਉਹਨਾਂ ਦੀਆਂ ਪੂਰੀਆਂ ਹੋ ਜਾਣੀਆਂ ਤਾਂ ਉਹਨੇ ਕੀ ਕਰਨਾ ਹੈਗਾ ਜੀ, ਜ਼ਿਆਦਾ ਹਾਰਡ ਵਰਕ ਕਰਨਾ ਆ, ਠੀਕ ਨਾ। ਵਧੀਆ ਪਰਫੋਰਮੈਂਸ ਦੇਣੀ ਆ, ਬੈਸਟ ਪਰਫੋਰਮੈਂਸ ਦੇ ਕੇ ਉਹ ਸਾਡੇ ਬਿਜ਼ਨਸ ਵਿੱਚ ਹੀ ਰਹਿੰਦੇ ਲੌਂਗ ਪੀਰੀਅਡ ਤੱਕ, ਠੀਕ ਨਾ। ਯਾਨੀ ਕਿ ਆਪਾਂ ਇਹ ਨਹੀਂ ਹੈਗਾ ਕਿ ਕੋਈ ਮਹੀਨੇ ਬਾਅਦ ਛੱਡ ਕੇ ਚਲੇ ਗਏ, 2 ਮਹੀਨੇ। ਉਹ ਕਿਹਾ ਜੀ ਲਗਾਤਾਰ ਲੌਂਗ ਪੀਰੀਅਡ ਨਾਲ ਸਾਡੇ ਕੋਲ ਕੰਮ ਕਰਦੇ ਰਹਿੰਦੇ, ਉਹ ਲੀਵ ਨਹੀਂ ਕਰਦੇ ਹੈਗੇ, ਕਿਹਾ ਜੀ ਸਾਡੇ ਬਿਜ਼ਨਸ ਨੂੰ ਛੱਡ ਕੇ ਨਹੀਂ ਜਾਂਦੇ ਹੈ, ਠੀਕ ਨਾ। ਇਹ ਬੇਟਾ ਸੀਗਾ ਤੁਹਾਡਾ ਮੋਟੀਵੇਸ਼ਨ ਵਾਲਾ, ਠੀਕ ਨਾ। ਕਿ ਮੋਟੀਵੇਸ਼ਨ ਦੇ ਵਿੱਚ ਕੀ ਆ, ਮੀਨਿੰਗ ਕੀ ਆ, ਸਾਰਾ ਕੁਛ, ਠੀਕ ਨਾ। ਹੁਣ ਬੇਟਾ ਇਹ ਵਾਲੇ ਤੁਸੀਂ ਨੋਟ ਕਰ ਲਿਓ, ਠੀਕ ਨਾ। ਜੇ ਕੋਈ ਮੈਨੂੰ ਤੁਹਾਨੂੰ ਪੁਆਇੰਟ ਨਹੀਂ ਪਤਾ ਲੱਗਾ ਤਾਂ ਮੈਨੂੰ ਦੱਸ ਦਿਓ, ਠੀਕ ਨਾ। ਓਕੇ ਬੇਟਾ, ਥੈਂਕਸ। ਇਹ ਵਾਲੀਆਂ ਕਾਪੀਆਂ 'ਤੇ ਬੇਟਾ ਆਪਣੇ ਨੋਟ ਜ਼ਰੂਰ ਕਰਿਆ ਕਰੋ, ਠੀਕ ਨਾ। ਕਿਉਂਕਿ ਮੈਂ ਇਹੀ ਚੀਜ਼ਾਂ ਦੇਖ ਕੇ ਬਾਅਦ 'ਚ ਤੁਹਾਡੇ ਨੰਬਰ ਲਾਣੇ ਇੰਟਰਨਲ ਅਸੈਸਮੈਂਟ ਦੇ, ਠੀਕ ਆ। ਓਕੇ ਬੇਟਾ, ਥੈਂਕਸ।